नमस्ते। मैं इस नमस्ते चैनल ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ, ਜੀ ਆਇਆਂ ਆਖਦਾ ਹਾਂ। ਅਸੀਂ ਇਸ ਚੈਨਲ ਦੇ ਵਿੱਚ ਅੱਜ ਤੁਹਾਨੂੰ ਨਿਊਜ਼ੀਲੈਂਡ ਦੇ ਟੂਰਿਜ਼ਮ ਦੇ ਬਾਰੇ ਦੱਸਣ ਜਾ ਰਹੇ ਹਾਂ, ਕਿਉਂਕਿ ਨਿਊਜ਼ੀਲੈਂਡ ਦਾ ਟੂਰਿਜ਼ਮ ਜਿਹੜਾ ਹੈ ਇਹ ਇਸਥੋਂ ਦੀ ਇਕਨੋਮੀ 'ਤੇ ਬਹੁਤ ਵੱਡਾ ਅਸਰ ਪਾਉਂਦਾ ਹੈ ਅਤੇ ਇਸ ਕਰਕੇ ਇਸ ਨੂੰ ਕਾਫੀ ਇੰਪੋਰਟੈਂਸ ਦਿੱਤੀ ਜਾਂਦੀ ਹੈ। ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਦੇ ਟੂਰਿਜ਼ਮ ਬਾਰੇ। ਮੇਰੇ ਨਾਲ ਮੇਰੇ ਛੋਟੇ ਵੀਰ ਨਿਸ਼ਾਂਤ ਜੀ ਹਨ, ਜਿਹੜੇ ਕਿ ਇਸ ਟੂਰਿਜ਼ਮ ਦੇ ਨਾਲ ਪਿਛਲੇ 4-5 ਸਾਲ ਤੋਂ ਜੁੜੇ ਹੋਏ ਹਨ ਔਰ ਇਹਨਾਂ ਦਾ ਇੱਕ ਟਰੈਵਲ ਏਜੰਸੀ ਦੇ ਤੌਰ 'ਤੇ ਕੰਮ ਕਰ ਰਹੇ ਹਨ। ਸੋ ਮੈਂ ਅੱਜ ਇਹਨਾਂ ਨਾਲ ਇੱਥੋਂ ਦੇ ਟੂਰਿਜ਼ਮ ਬਾਰੇ ਅਤੇ ਇੱਥੋਂ ਦੇ ਬਾਕੀ ਜਿਹੜਾ ਟੂਰਿਜ਼ਮ ਨਾਲ ਸੰਬੰਧਿਤ ਹਨ ਉਹਨਾਂ ਬਾਰੇ ਜ਼ਰੂਰ ਗੱਲਬਾਤ ਕਰਾਂਗਾ। ਸੋ ਨਿਸ਼ਾਂਤ ਜੀ, ਤੁਹਾਡਾ ਇਸ ਨਮਸਤੇ ਚੈਨਲ ਵਿੱਚ ਸਵਾਗਤ ਹੈ। ਤੁਸੀਂ ਅੱਜ ਇੱਥੇ ਆਏ ਔਰ ਅਸੀਂ ਚਾਹਾਂਗੇ ਕਿ ਤੁਹਾਡੇ ਕੋਲ ਇਹ ਜਾਣਕਾਰੀ ਲਈਏ ਕਿ ਇੱਥੇ ਦਾ ਜਿਹੜਾ ਨਿਊਜ਼ੀਲੈਂਡ ਦਾ ਟੂਰਿਜ਼ਮ ਹੈ ਉਹ ਕੀ ਹੈ ਔਰ ਇਸ ਟੂਰਿਜ਼ਮ ਦਾ ਜਿਹੜਾ ਨਿਊਜ਼ੀਲੈਂਡ ਦੀ ਇਕਨੋਮੀ 'ਤੇ ਕੀ ਅਸਰ ਪੈਂਦਾ ਹੈ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੋਂ ਦੀ ਜਾਣਕਾਰੀ ਲਵਾਂ ਕਿ ਟੂਰਿਜ਼ਮ ਜਿਹੜਾ ਨਿਊਜ਼ੀਲੈਂਡ ਦਾ ਉਹ ਕਿਸ ਤਰ੍ਹਾਂ ਇੱਥੇ ਕੰਮ ਕਰਦਾ ਹੈ। Namaste everyone, welcome to the channel. Tourism industry in New Zealand ਦੇ ਵਿੱਚ 5.8% of the GDP ਨੂੰ contribute ਕਰਦੀ ਹੈ, which is nearly about $16.2 billion, and expenditure every time tourist nearly about $3.8 billion taxes pay ਕਰਦੇ ਆ whenever they came into the country. ਓਕੇ। ਔਰ ਇਹ ਜਿਹੜੀ ਟੂਰਿਜ਼ਮ ਇੰਡਸਟਰੀ ਹੈ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਐਕਸਪੋਰਟ ਏਜੰਸੀ ਵੀ ਮੰਨੀ ਜਾਂਦੀ ਹੈ, ਕਿਉਂਕਿ ਇਹ ਐਕਸਪੋਰਟਰ ਜਿਹੜੇ ਇੱਥੋਂ ਸਾਡੇ ਇੰਟਰਨੈਸ਼ਨਲ ਟਰੈਵਲਰਸ ਆਉਂਦੇ ਨੇ, ਟੂਰਿਸਟ ਆਉਂਦੇ ਨੇ, ਉਹਨਾਂ ਤੋਂ ਜਿਹੜਾ ਇੱਥੋਂ ਦੇ ਦੇਸ਼ ਦੀ ਇਕਨੋਮੀ ਨੂੰ ਲਾਭ ਹੁੰਦਾ ਹੈ, ਉਹਦੇ ਲਈ ਵੀ ਇਹ ਜਿਹੜੀ ਇੰਡਸਟਰੀ ਹੈ ਟੂਰਿਜ਼ਮ ਬਹੁਤ ਇੰਪੋਰਟੈਂਟ ਹੈ। ਸੋ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਇਹ ਜਿਹੜੀ ਹੈ ਕਿੰਨੀ ਕੁ ਇਹ ਜਿਹੜੀ ਹੈ ਇੱਥੋਂ ਦੀ ਟੂਰਿਸਟ ਜਿਹੜੇ ਇੰਟਰਨੈਸ਼ਨਲ ਆਉਂਦੇ ਆ ਉਹ ਇੰਟਰਨੈਸ਼ਨਲੀ ਜਿਹੜੇ ਇੱਥੋਂ ਦੀ ਇਕਨੋਮੀ 'ਤੇ ਕੀ ਅਸਰ ਪਾਉਂਦੇ ਨੇ। ਹਰ ਇੱਕ ਇੰਟਰਨੈਸ਼ਨਲ ਟੂਰਿਸਟ ਜਦੋਂ ਵੀ ਕੰਟਰੀ 'ਚ ਆਉਂਦਾ ਦੇ ਪੇਡ ਦੇਅਰ ਆਲ ਦੇਅਰ ਟੈਕਸਿਸ ਵੈਨ ਜਦੋਂ ਉਹ ਕੰਟਰੀ 'ਚ ਐਂਟਰ ਕਰਦੇ ਨੇ ਜੀ, ਅਤੇ ਉਹ ਜਿੰਨੀ ਲੋਕੇਸ਼ਨਸ 'ਤੇ ਜਾਂਦੇ ਨੇ, ਜਿਸ ਜਗ੍ਹਾ ਉਹ ਘੁੰਮਦੇ ਨੇ, ਹੋਟਲਸ ਦੀ ਬੁਕਿੰਗ, ਟੈਕਸੀ ਫੇਅਰ, ਏਅਰ ਫੇਅਰ, ਹਰ ਇੱਕ ਪ੍ਰਕਾਰ ਦੇ ਟੈਕਸਿਸ ਪਲੱਸ ਐਕਸਪੋਰਟ ਦਾ ਡਿਪਾਰਚਰ ਜਿਹੜਾ ਨਿਊਜ਼ੀਲੈਂਡ ਤੋਂ ਐਕਸਪੋਰਟ ਕੀਤਾ ਜਾਂਦਾ ਹੈ, ਉਸ ਨਿਊਜ਼ੀਲੈਂਡ ਦੀ ਇੰਡਸਟਰੀ ਨੂੰ 20.4% ਆਫ ਇਕੋਨਮੀ ਨੂੰ ਕੰਟਰੀਬਿਊਟ ਕਰਦਾ ਜੀ। ਟੋਟਲ ਅਮਾਊਂਟ ਜਿਹੜੀ ਆ ਉਹ 3.8 ਜਿਹੜੀ ਆ ਬਿਲੀਅਨ ਡਾਲਰ ਜਿਹੜੀ ਆ ਉਸ ਇੱਥੋਂ ਦੀ ਇਕਨੋਮੀ ਨੂੰ ਕੰਟਰੀਬਿਊਟ ਕਰਦੀ ਹੈ ਜੀ। ਨਿਸ਼ਾਂਤ ਜੀ, ਅਸੀਂ ਇੱਥੇ ਨਿਊਜ਼ੀਲੈਂਡ ਵਿੱਚ ਰਹਿੰਦੇ ਹਾਂ ਅਤੇ ਆਪਾਂ ਕੀ ਸਮਝਦੇ ਹਾਂ ਕਿ ਜਿਹੜਾ ਟੂਰਿਜ਼ਮ ਆ ਉਹਦਾ ਕਿੰਨਾ ਕੁ ਇੱਥੇ ਪ੍ਰਭਾਵ ਪੈਂਦਾ ਲੋਕਾਂ 'ਤੇ। ਬਹੁਤ ਜ਼ਿਆਦਾ ਪ੍ਰਭਾਵ ਹੈ ਜੀ ਨਿਊਜ਼ੀਲੈਂਡ ਦਾ। ਟੂਰਿਜ਼ਮ ਇੰਡਸਟਰੀ ਮੋਸਟ ਪ੍ਰੋਬੇਬਲੀ ਨਿਊਜ਼ੀਲੈਂਡ ਦੀ small backbone of the country ਹੈ, ਬਿਕੋਜ਼ ਇੰਨੇ ਸਿਨੇਮੈਟਿਕ ਲੋਕੇਸ਼ਨਸ ਆ ਨਿਊਜ਼ੀਲੈਂਡ ਦੇ ਵਿੱਚ ਦਾ ਇਹ ਕੰਟਰੀ ਸੈਕਿੰਡ ਸਿਨੇਮੈਟਿਕ ਲੋਕੇਸ਼ਨਸ ਲਈ ਜਾਣੀ ਜਾਂਦੀ ਹੈ ਸਭ ਨਾਲੋਂ ਜ਼ਿਆਦਾ। ਮੈਂ ਦੱਸ ਦਿਆਂ ਕਿ ਸਭ ਤੋਂ ਜਿਹੜਾ ਦੁਨੀਆ ਦੇ ਵਿੱਚ ਸਵਿਟਜ਼ਰਲੈਂਡ ਦੀ ਜਿਹੜੀ ਆ ਸੀਨਰੀ ਜਿਹੜੀ ਆ ਉਹ ਦੇਖਣਯੋਗ ਨੇ। ਉਸ ਤੋਂ ਬਾਅਦ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਜਿਹੜੀ ਨੈਚੁਰਲ ਸੀਨਰੀਜ਼ ਹਨ, ਨੈਚੁਰਲ ਤੌਰ 'ਤੇ ਜਿਹੜਾ ਜਾਣਿਆ ਜਾਂਦਾ ਉਹ ਨਿਊਜ਼ੀਲੈਂਡ ਜਾਣਿਆ ਜਾਂਦਾ, ਜਿੱਥੋਂ ਦੀਆਂ ਸਮੁੰਦਰ ਦੀਆਂ ਬੀਚਿਸ, ਇੱਥੋਂ ਦੀਆਂ ਜਿਹੜੀਆਂ ਵਾਟਰਫਾਲਸ, ਇੱਥੋਂ ਦੇ ਹੋਰ ਸਿਸਟਮ ਜਿਹੜਾ ਮਾਊਂਟੇਨਸ, ਗਲੇਸ਼ੀਅਰਸ, ਇਹ ਸਾਰੇ ਇੱਥੇ ਦੇਖਣਯੋਗ ਆ। ਲੋਕ ਇੱਥੋਂ ਦੁਨੀਆ ਭਰ ਤੋਂ ਇੱਥੇ ਲੋਕ ਆਉਂਦੇ ਨੇ, ਆ ਕੇ ਇੱਥੇ ਇਹਨਾਂ ਦੀਆਂ ਸੀਨਰੀਜ਼ ਦਾ ਨਜ਼ਾਰਾ ਲੈਂਦੇ ਨੇ। ਨਿਸ਼ਾਂਤ ਜੀ, ਇਹ ਸਾਡੇ ਨਿਊਜ਼ੀਲੈਂਡ ਦੀ ਇਕਨੋਮੀ ਦੇ ਵਿੱਚ ਕਿਉਂ ਇੰਪੋਰਟੈਂਸ ਰੱਖਦੀ ਹੈ? ਇਹ ਨਿਊਜ਼ੀਲੈਂਡ ਦੀ ਇਕਨੋਮੀ ਦੇ ਵਿੱਚ ਟੂਰਿਜ਼ਮ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਜੀ, ਬਿਕਾਜ਼ ਇਹ ਇੱਕ ਤਾਂ ਇਕਨੋਮੀ ਜਨਰੇਟ ਕਰਦੀ ਹੈ ਜੀ। ਸਭ ਨੂੰ ਪਹਿਲਾਂ ਸੈਲਿੰਗ ਬਹੁਤ ਛੋਟੇ ਪੱਧਰ ਤੋਂ ਸਟਾਰਟ ਹੁੰਦੀ ਹੈ ਜੀ, ਜਸਟ ਫਰੋਮ ਸੈਲਿੰਗ ਅ ਟਿਕਟ। ਏਅਰ ਟਿਕਟ ਤੋਂ ਸ਼ੁਰੂ ਹੋ ਕੇ ਉਸ ਪੈਸੇਂਜਰ ਦਾ ਕੰਟਰੀ 'ਚ ਆਉਣਾ, ਉਹਦਾ ਇੱਥੇ ਰਹਿਣਾ, ਹੋਟਲਸ ਪੇ ਕਰਨੇ, ਟੈਕਸਿਸ ਪੇ ਕਰਨੇ, ਉਹਦਾ ਘੁੰਮਣਾ ਇੱਥੇ, ਉਹਦੀ ਇੱਥੇ ਪਰਚੇਜ਼, ਅਤੇ ਉਹਦੇ ਇੱਥੇ ਕਿਤੇ ਹੋਏ ਆਪਣੇ ਉਹ 15 ਦਿਨ ਦੇ ਜਾਂ 20 ਦਿਨ ਦੇ ਟੂਰ 'ਤੇ ਐਕਸਪੈਂਡੀਚਰਸ ਨਿਊਜ਼ੀਲੈਂਡ ਦੀ ਇਕਨੋਮੀ ਨੂੰ ਬਹੁਤ ਗਰੋ ਕਰਦੇ ਨੇ। ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਇਹ ਜਿਹੜੀ ਨਿਊਜ਼ੀਲੈਂਡ ਦੀ ਟੂਰਿਸਟ ਇੰਡਸਟਰੀ ਆ, ਟੂਰਿਜ਼ਮ ਜਿਹਨੂੰ ਆਪਾਂ ਕਹਿੰਦੇ ਆ, ਉਹਦਾ ਜਿਹੜਾ ਪ੍ਰਭਾਵ ਆ ਉਹ
ਇੱਥੇ 2,30,000 ਆਦਮੀ ਜਿਹੜਾ EMPLOYE ਹੈ ਇਸ ਇੰਡਸਟਰੀ ਨਾਲ ਜੁੜਿਆ ਹੋਇਆ ਹੈ ਨਿਊਜ਼ੀਲੈਂਡ ਦੇ ਵਿੱਚ। ਇਸ ਕਰਕੇ ਇਹਦੀ ਕਾਫੀ ਇੰਪੋਰਟੈਂਸ ਹੈ ਔਰ ਤਕਰੀਬਨ 1.8 ਬਿਲੀਅਨ ਇੰਟਰਨੈਸ਼ਨਲ ਟੂਰਿਜ਼ਮ ਤੋਂ ਇਸ ਕੰਟਰੀ ਨੂੰ ਆਉਂਦਾ ਹੈ। ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਨਿਊਜ਼ੀਲੈਂਡ ਦਾ ਟੂਰਿਜ਼ਮ ਆ ਉਹ ਜਿਹੜਾ ਬੇਸ ਕਰਦਾ ਇੱਥੋਂ ਦੀਆਂ ਜਿਹੜੀਆਂ ਲੋਕਲ ਜਿਹੜੀਆਂ ਸੰਸਥਾਵਾਂ ਨੇ, ਕੁਛ ਜਿਹੜੀਆਂ ਇੰਟਰਨੈਸ਼ਨਲ ਸੰਸਥਾਵਾਂ ਨੇ, ਕੁਛ ਇੱਥੇ ਜਿਹੜੀਆਂ ਟ੍ਰੇਨਿੰਗ ਇੰਸਟੀਟਿਊਸ਼ਨ ਨੇ, ਕੁਛ ਜਿਸ ਤਰ੍ਹਾਂ ਨਿਸ਼ਾਨ ਜੀ ਜੁੜੇ ਹੋਏ ਆ ਟੂਰਿਜ਼ਮ ਨਾਲ, ਇਹ ਇੱਕ ਟਰੈਵਲ ਏਜੰਸੀ ਦੇ ਤੌਰ ਤੇ ਕੰਮ ਕਰਦੇ ਆ ਔਰ ਉਹ ਜਿਹੜੇ ਲੋਕ ਹੈ ਇਹ ਸਾਰੇ ਇਸ ਟੂਰਿਜ਼ਮ ਨੂੰ ਇੱਥੋਂ ਦੇ ਟੂਰਿਜ਼ਮ ਨੂੰ ਵਧਾਉਣ ਵਾਸਤੇ ਜ਼ਰੂਰ ਕੰਮ ਕਰਦੇ ਆ। ਸੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਜਿਹੜਾ ਨਿਊਜ਼ੀਲੈਂਡ ਹੈ ਇਹ ਆਪਣੇ ਆਪ 'ਚ ਇੱਕ ਬਹੁਤ ਖੂਬਸੂਰਤ ਦੇਸ਼ ਹੈ ਜੀ। ਇਸ ਦੇਸ਼ ਨੂੰ ਦੇਖਣ ਵਾਸਤੇ ਲੋਕ ਸਾਰੀ ਦੁਨੀਆ ਤੋਂ ਹੀ ਆਉਂਦੇ ਆ ਔਰ ਇਸ ਦੇ ਇੱਥੋਂ ਦਾ ਜਿਹੜਾ ਸਿਸਟਮ ਹੈ ਉਹ ਕਿਉਂਕਿ ਇਹ 2 ਆਈਲੈਂਡ ਦੇ ਵਿੱਚ ਵੰਡਿਆ ਹੋਇਆ, ਇੱਕ ਨਾਰਥ ਆਈਲੈਂਡ ਇੱਕ ਸਾਊਥ ਆਈਲੈਂਡ ਦੇ ਵਿੱਚ। ਦੋਨਾਂ ਦੇ ਜਿਹੜੀਆਂ ਬੀਚਿਸ ਆ, ਜਿਹੜੇ ਕੁਦਰਤੀ ਨਜ਼ਾਰੇ ਆ ਉਹ ਵੱਖੋ ਵੱਖਰੇ ਜੇ ਸਮਝਦੇ ਹਾਂ ਅਸੀਂ। ਜਿਹੜਾ ਨਾਰਥ ਵਿੱਚ ਆ ਕੁਛ ਸਾਊਥ ਵਿੱਚ ਆ। ਸਾਊਥ ਦੇ ਜਿਹੜੇ ਨੈਚੁਰਲ ਨਜ਼ਾਰੇ ਆ ਉਹ ਨਾਰਥ ਨਾਲੋਂ ਵੀ ਸੋਹਣੇ ਦੱਸੇ ਜਾਂਦੇ ਹਨ ਔਰ ਇਸ ਕਰਕੇ ਇਹ ਜਿਹੜਾ ਨਿਊਜ਼ੀਲੈਂਡ ਦਾ ਟੂਰਿਜ਼ਮ ਹੈ ਉਹ ਦੁਨੀਆ ਦੇ ਵਿੱਚ ਉਹਦਾ ਜ਼ਰੂਰ ਨਾਂ ਆ। ਸੋ ਮੈਂ ਨਿਸ਼ਾਨ ਜੀ ਆਪਾਂ ਹੁਣ ਜਿਹੜਾ ਕਿ ਇਸ ਵਕਤ ਦੌਰ ਚੱਲ ਰਿਹਾ ਹੈ ਕੋਵਿਡ-19 ਦਾ, ਕੋਵਿਡ-19 ਦੇ ਦੌਰਾਨ ਸਭ ਤੋਂ ਵੱਡੀ ਜਿਸ ਇਫੈਕਟ ਪਿਆ ਤੇ ਟੂਰਿਜ਼ਮ ਜਿਹੜੀ ਇੰਡਸਟਰੀ ਆ ਉਹਨੂੰ ਸਭ ਤੋਂ ਵੱਡਾ ਇਫੈਕਟ ਪੈ ਗਿਆ ਇਸ ਕੋਵਿਡ-19 ਦੇ ਦੌਰਾਨ। ਸੋ ਇਸ ਲਈ ਜਿਹੜੀ ਇੱਥੋਂ ਦੀ ਗਵਰਨਮੈਂਟ ਹੈ ਉਹਨੇ ਇਹਦੇ ਲਈ ਕੀ ਉਪਰਾਲੇ ਕੀਤੇ ਆ ਇਹਨੂੰ ਰੀਬਿਲਡ ਕਰਨ ਵਾਸਤੇ, ਉਹ ਮੈਂ ਜਰਾ ਤੁਹਾਡੀ ਜਾਣਕਾਰੀ ਲੈਣੀ ਚਾਹੁੰਦਾ ਜੀ। ਜਿੱਦਾਂ ਕਿ ਤੁਸੀਂ ਜਾਣਦੇ ਹੋ ਜੀ, ਕੋਵਿਡ ਆਇਆ ਸੀ ਕੰਟਰੀ ਦੇ ਵਿੱਚ 24 ਜਨਵਰੀ ਤੋਂ ਫਸਟ ਨੋਟੀਫਿਕੇਸ਼ਨ ਆਣੀ ਸ਼ੁਰੂ ਹੋ ਗਈ ਸੀ। ਵੈਸੇ ਸਟਾਰਟ ਹੋਇਆ ਸੀ 23 ਦਸੰਬਰ ਤੋਂ। WHO ਨੇ ਸਾਰੇ ਵਰਲਡ ਦੇ 에ਅਰਪੋਰਟਸ ਨੂੰ ਇਨਫੋਰਮ ਕੀਤਾ ਸੀਗਾ ਕਿ ਐਦਾਂ ਦਾ ਕੋਈ ਵਾਇਰਸ ਆ ਗਿਆ ਤੇ ਪ੍ਰੋਟੈਕਸ਼ਨਸ ਲੈਣੀ ਸ਼ੁਰੂ ਕਰ ਦਿਓ ਸਾਰੀ ਕੰਟਰੀਜ਼ ਨੂੰ। ਬਟ 23 ਜਨਵਰੀ ਤੋਂ ਨਿਊਜ਼ੀਲੈਂਡ ਨੇ ਇਫੈਕਟ ਦੇਖਣਾ ਸ਼ੁਰੂ ਕੀਤਾ ਦੈਟ ਸਾਰੀਆਂ ਕੰਟਰੀਆਂ ਤੇ ਹੌਲੀ ਹੌਲੀ ਇਫੈਕਟ ਵੱਧਦਾ ਜਾ ਰਿਹਾ ਹੈ। ਉਸ ਟਾਈਮ ਤੇ ਗਵਰਨਮੈਂਟ ਨੇ ਕੋਈ ਐਕਸ਼ਨਸ ਨਹੀਂ ਲਏ, ਕੁਝ ਨਹੀਂ ਕੀਤਾ। ਬਟ ਆਫਟਰ 23 ਡੇਜ਼ ਜਦੋਂ ਉਹਨਾਂ ਨੇ ਡੈਲੀਗੇਟਸ ਨੇ, ਹੈਲਥ ਡਿਪਾਰਟਮੈਂਟਸ ਨੇ ਸਪੈਸ਼ਲੀ, ਉਹਨਾਂ ਨੇ ਜਦੋਂ ਦੇਖਿਆ ਵੀ 에ਅਰਪੋਰਟ ਤੇ ਹੁਣ ਜਿੱਦਾਂ ਬੰਦੇ ਵਾਪਸ ਆ ਰਹੇ ਨੇ, ਵੱਧ ਤੋਂ ਵੱਧ ਕੰਟਰੀ ਦੇ ਵਿੱਚ ਐਂਟਰ ਕਰ ਰਹੇ ਨੇ ਨਿਊਜ਼ੀਲੈਂਡ ਸਿਟੀਜ਼ਨ ਤੇ ਰੈਜ਼ੀਡੈਂਸ ਵੀਜ਼ਾ ਹੋਲਡਰ, ਤੇ ਉਸ ਟਾਈਮ ਤੇ ਉਹਨਾਂ ਨੇ ਰੈਸਟ੍ਰਿਕਸ਼ਨਸ ਲਗਾਈਆਂ 14 ਡੇਜ਼ ਦੀ ਕੁਆਰੰਟੀਨ ਦੀ ਜੀ। ਫਿਰ ਉਹ ਕੁਆਰੰਟੀਨ ਫੈਸਿਲਿਟੀਜ਼ ਘਟ ਗਈਆਂ। ਹੌਲੀ ਨਿਊਜ਼ੀਲੈਂਡ ਦੇ ਵਿੱਚ ਕੇਸ ਵੱਧਦੇ ਗਏ। ਫਿਰ ਗਵਰਨਮੈਂਟ ਨੇ ਡਿਸੀਜਨ ਲਿੱਤਾ ਲੋਕਡਾਊਨ ਦਾ। ਉਸ ਦੌਰਾਨ ਉਹ 2 ਤੋਂ 3 ਮਹੀਨੇ ਇੱਦਾਂ ਦੇ ਸੀਗੇ ਜਦੋਂ ਇੰਡਸਟਰੀ ਬਿਲਕੁਲ ਬ੍ਰੋਕ ਹੋ ਚੁੱਕੀ ਸੀ। ਉਹਨਾਂ ਕੋਲੇ ਕੋਈ ਬਿਜ਼ਨਸ ਸੋਰਸ ਨਹੀਂ ਸੀਗਾ, ਕੋਈ ਇਨਕਮ ਨਹੀਂ ਸੀਗੀ। ਉਹ ਇੰਡਸਟਰੀ ਦੇ 2,30,000 ਬੰਦੇ, ਉਹ ਵਰਕਰਸ ਕੋਲੇ ਕੋਈ ਆਪਸ਼ਨ ਨਹੀਂ ਸੀਗੀ ਕਿਤੇ ਜਾਣ ਦੀ। ਈਵਨ ਦੋ ਜਿਹੜਾ ਸਟਾਫ 에ਅਰਲਾਈਨ 'ਚ ਕੰਮ ਕਰਦਾ ਸੀਗਾ ਜਾਂ 에ਅਰ ਕੰਟਰੋਲਰ ਔਰ ਜਾਂ 에ਅਰਪੋਰਟਸ ਦੀ ਜਿੰਨਾ ਵੀ ਸਟਾਫ ਸੀਗਾ ਉਹ ਸਾਰੇ ਜੌਬਲੈਸ ਸੀਗੇ। ਫਿਰ ਗਵਰਨਮੈਂਟ ਨੇ ਇੱਕ ਵੇਜ ਸਬਸਿਡੀ ਨਾਮ ਦੀ ਗਵਰਨਮੈਂਟ ਦੀ ਉਹ ਹੈ ਜੀ, ਵਰਕ ਐਂਡ ਇਨਕਮ ਦੇ ਥਰੂ ਉਹਨਾਂ ਨੇ ਜਿੰਨੇ ਵੀ ਛੋਟੇ ਬਿਜ਼ਨਸਿਸ ਹੈ ਪਲੱਸ ਬੜੇ ਬਿਜ਼ਨਸਿਸ ਹੈ ਪਲੱਸ ਜਿੰਨੀ ਵੀ ਗਵਰਨਮੈਂਟ ਬੋਡੀਜ਼ ਹੈ ਟੂਰਿਜ਼ਮ ਇੰਡਸਟਰੀ ਦੇ ਲਈ ਕੰਮ ਕਰਦੀ ਹੈ, ਉਹਨਾਂ ਸਾਰਿਆਂ ਨੂੰ ਵੇਜ ਸਬਸਿਡੀ ਹਰ ਇੱਕ ਫੁੱਲ ਟਾਈਮ ਬੰਦੇ ਲਈ ਪਲੱਸ ਹਰ ਇੱਕ ਪਾਰਟ ਟਾਈਮ ਬੰਦੇ ਲਈ ਉਹ ਵੇਜ ਸਬਸਿਡੀ ਉਹਨਾਂ ਨੇ ਪ੍ਰੋਵਾਈਡ ਕੀਤੀ। ਉਹਦੇ ਦੌਰਾਨ ਹੁਣ ਲਾਸਟਲੀ ਪਿਛਲੇ 2 ਮਹੀਨੇ ਪਹਿਲਾਂ ਲੇਬਰ ਗਵਰਨਮੈਂਟ ਦੇ ਟੂਰਿਜ਼ਮ ਮਿਨਿਸਟਰ ਨੇ ਉਹਨਾਂ ਨੇ $400 ਮਿਲੀਅਨ ਦੀ ਗ੍ਰਾਂਟ ਅਪਰੂਵ ਕੀਤੀ ਹੈ ਟੂਰਿਜ਼ਮ ਇੰਡਸਟਰੀ ਨੂੰ ਸਪੈਸ਼ਲੀ ਬੈਕਅਪ ਕਰਨ ਲਈ, ਤਾਂ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਟੂਰਿਜ਼ਮ ਇੰਡਸਟਰੀ ਦੁਬਾਰਾ ਉਸੇ ਸਟੇਜ ਤੇ ਵਾਪਸ ਆਵੇ ਤੇ ਸੈਲਫ ਜਨਰੇਟ ਕਰਕੇ ਦੁਬਾਰਾ ਇਕਨੋਮੀ ਨੂੰ ਸਪੋਰਟ ਕਰੇ। ਬਿਲਕੁਲ ਠੀਕ ਹੈ। ਮੈਂ ਇਸੇ ਵਿੱਚ ਇੱਕ ਥੋੜਾ ਜਿਹਾ ਹੋਰ ਦੱਸਣਾ ਚਾਹੁੰਦਾ ਕਿ ਗਵਰਨਮੈਂਟ ਨੇ ਗੋ ਟੂ ਟੂਰਿਜ਼ਮ ਨਾਂ ਦੇ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਟੂਰਿਜ਼ਮ ਨੂੰ ਵਧਾਉਣ ਲਈ ਜਿਹੜੀਆਂ ਉਹਦੇ ਨਾਲ ਸੰਬੰਧਿਤ ਕੰਪਨੀਆਂ ਆ, ਸੰਬੰਧਿਤ ਉਹਨਾਂ ਨਾਲ ਟ੍ਰੇਨਿੰਗ ਇੰਸਟੀਟਿਊਸ਼ਨਸ ਆ, ਇੰਟਰਨੈਸ਼ਨਲ ਲੈਵਲ ਤੇ ਹੈ, ਉਹਨਾਂ ਸਾਰਿਆਂ ਨੂੰ ਗੋ ਟੂ ਟੂਰਿਜ਼ਮ ਦੇ ਨਾਲ ਜੋੜਨ ਵਾਸਤੇ, ਜਿਸ ਤਰ੍ਹਾਂ ਨਿਸ਼ਾਨ ਜੀ ਨੇ ਦੱਸਿਆ ਕਿ ਤਕਰੀਬਨ $4 ਮਿਲੀਅਨ ਜਿਹੜੇ ਆ ਉਹ ਇਸ ਵਾਸਤੇ ਰੱਖੇ ਤਾਂ ਕਿ ਇਸ ਇੰਡਸਟਰੀ ਨੂੰ ਰੀਬਿਲਡ ਕੀਤਾ ਜਾਵੇ। ਜੇ ਅੱਜ ਦੇ ਸਮੇਂ ਵਿੱਚ ਕੋਵਿਡ-19 ਦੇ ਸਮੇਂ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਇਫੈਕਟਡ ਜਿਹੜੀ ਆ ਹਸਪਿਟੈਲਿਟੀ ਇੰਡਸਟਰੀ ਆਈ ਹੈ।
ਤੋ ਸੋ ਇਸ ਕਰਕੇ ਉਹਦੇ ਵਿੱਚ ਰੈਸਟੋਰੈਂਟ, ਉਹਦੇ ਵਿੱਚ ਹੋਟਲਸ, ਉਹਦੇ ਵਿੱਚ ਮੋਟਲਸ, ਉਹਦੇ ਵਿੱਚ ਜਿਹੜੀਆਂ ਬਾਕੀ ਹੋਰ ਸੰਸਥਾਵਾਂ ਨੇ ਕੰਮ ਕਰਨ ਵਾਲੀਆਂ, ਉਹ ਸਾਰੀਆਂ ਹੀ ਇਸ ਕੋਵਿਡ-19 ਦੇ ਦੌਰਾਨ ਅਫੈਕਟਡ ਹੋਈਆਂ। ਅਤੇ ਗੌਰਮੈਂਟ ਜਿਹੜੀ ਆ ਉਹਨੇ ਗੋ ਟੂ ਟੂਰਿਜ਼ਮ ਵਾਸਤੇ ਇੱਕ ਵੱਖਰਾ ਜਿਹੜਾ ਉਹ ਪੈਕੇਜ ਰੱਖਿਆ ਤਾਂ ਕਿ ਉਹਨਾਂ ਜਿਹੜੀਆਂ ਸੰਸਥਾਵਾਂ ਨੂੰ ਇਹ ਫਾਈਨੈਂਸ਼ੀਅਲ ਹੈਲਪ ਜਿਹੜੀ ਦਿੱਤੀ ਜਾ ਸਕੇ ਅਤੇ ਉਸ ਫਾਈਨੈਂਸ਼ੀਅਲ ਹੈਲਪ ਨਾਲ ਇਹਨੂੰ ਇੰਡਸਟਰੀ ਨੂੰ ਰੀਬਿਲਡ ਕੀਤਾ ਜਾਵੇ। ਨਿਸ਼ਾਨ ਜੀ, ਤੁਸੀਂ ਇਸ ਇੰਡਸਟਰੀ ਨਾਲ ਜੁੜੇ ਹੋਏ ਹੋ, ਹੁਣ ਤੁਹਾਡਾ ਤੁਸੀਂ ਕੀ ਸੋਚਦੇ ਹੋ ਕਿ ਇਨ ਫਿਊਚਰ ਜਿਹੜੀ ਹੈ ਇਹ ਜਿਹੜੀ ਇੰਡਸਟਰੀ ਆ ਇਹ ਕਿਸ ਤਰ੍ਹਾਂ ਇਹਨੂੰ ਰੀਬਿਲਡ ਕੀਤਾ ਜਾਊਗਾ? ਗਵਰਨਮੈਂਟ ਨੇ ਤਾਂ ਪੈਸੇ ਦੇ ਦਿੱਤੇ, ਹੁਣ ਆਪਾਂ ਦੇਖਣਾ ਕਿ ਇਹ ਕਿੱਦਾਂ ਰੀਬਿਲਡ ਹੋਊਗੀ। ਇਹ ਜੀ ਰੀਬਿਲਡ ਕਰਨਾ ਜੀ ਇੰਨਾ ਤਾਂ ਆਸਾਨ ਨਹੀਂ ਹੈ, ਟਾਈਮ ਤਾਂ ਲੱਗੇਗਾ। ਘੱਟੋ ਘੱਟ ਵੀ ਆਪਾਂ ਅੰਦਾਜ਼ਾ ਵੀ ਜੇ ਅੰਦਾਜ਼ਨ ਵਕਤ ਵੀ ਲੈ ਕੇ ਚੱਲੀਏ ਤਾਂ ਮਿਨੀਮਮ 1 ਸਾਲ ਲੱਗ ਜਾਏਗਾ ਘੱਟੋ ਘੱਟ। ਅਤੇ ਉਹ ਉਸ ਟਾਈਮ ਦੇ ਦੌਰਾਨ ਉਹ ਇੰਡਸਟਰੀ ਇਟਸੈਲਫ ਉਹਨੂੰ ਵੀ ਹੀਲ ਕਰਨਾ ਪਏਗਾ ਅਤੇ ਆਊਟਰ ਫੰਡਸ ਵੀ ਚਾਹੀਦੇ ਨੇ ਗਵਰਨਮੈਂਟ ਵੱਲੋਂ ਜਿਹੜੇ ਉਸ ਟੂਰਿਜ਼ਮ ਇੰਡਸਟਰੀ ਦੀ ਬੋਡੀ 'ਚ ਇੰਜੈਕਟ ਕੀਤੇ ਜਾਣ ਫਰੋਮ ਦਾ ਬੋਟਮ ਐਂਡ ਫਰੋਮ ਦਾ ਅਪਰ ਪਾਰਟ ਆਫ ਦਾ ਬੋਡੀ, ਤਾਂ ਕਿ ਦੋਨੋਂ ਪਾਸੇ ਉਹਨੂੰ ਸਪੋਰਟ ਮਿਲੇ ਅਤੇ ਉਹ ਕੋਰ ਤੋਂ ਦੁਬਾਰਾ ਰੀਬਿਲਡ ਹੋਵੇ। ਅਤੇ ਗੋ ਵਿਦ ਟੂਰਿਜ਼ਮ ਜਿਹੜੀ ਤੁਸੀਂ ਉਹਦੀ ਇੱਕ ਵੈਬਸਾਈਟ ਦੀ ਗੱਲ ਕੀਤੀ ਆ, ਉਹ ਇੱਕ ਵੈਬਸਾਈਟ 'ਤੇ ਇੱਕ ਪਲੈਟਫਾਰਮ ਬਣਾਇਆ ਗਵਰਨਮੈਂਟ ਨੇ ਉਹਨਾਂ ਲਈ ਜਿਹੜੇ ਬੰਦੇ ਉਹ ਇੰਡਸਟਰੀ ਤੋਂ ਜੋਬਲੈਸ ਹੋਏ ਨੇ ਜੀ। ਪਿਛਲੇ 6 ਮਹੀਨੇ ਵਿੱਚ ਨੀਅਰਲੀ ਅਬਾਊਟ 14,000 ਤੋਂ 16,000 ਫੁੱਲ ਟਾਈਮਰਸ ਨਿਊਜ਼ੀਲੈਂਡ ਦੇ ਵਿੱਚ ਜੋਬਲੈਸ ਹੋਏ ਨੇ, ਸਪੈਸ਼ਲੀ ਇਨ ਟੂਰਿਜ਼ਮ ਇੰਡਸਟਰੀ। ਅਤੇ ਗਵਰਨਮੈਂਟ ਨੇ ਗੋ ਵਿਦ ਟੂਰਿਜ਼ਮ ਇੱਕ ਇੱਦਾਂ ਦੀ ਵੈਬਸਾਈਟ ਹੈ, ਜੇ ਤੁਸੀਂ ਟੂਰਿਜ਼ਮ ਇੰਡਸਟਰੀ ਤੋਂ ਬਿਲੋਂਗ ਕਰਦੇ ਆ ਤਾਂ ਤੁਸੀਂ ਜੋਬਲੈਸ ਹੋ ਗਏ ਆ ਬਾਏ ਸਮ ਹਾਓ ਅੰਡਰ ਦ ਕੋਵਿਡ ਔਰ ਲਿਕੁਇਡੇਸ਼ਨ ਆਫ ਦ ਕੰਪਨੀ ਔਰ ਕੰਪਨੀ ਕਾਂਟ ਅਟੇਨ ਯੂ ਐਨੀ ਮੋਰ, ਉਹ ਹਰ ਇੱਕ ਚੀਜ਼ ਦੇ ਦੌਰਾਨ ਤੁਸੀਂ ਐਪਲੀਕੇਸ਼ਨ ਆਪਣੀ ਆਨਲਾਈਨ ਪਾ ਸਕਦੇ ਹੋ, ਉੱਥੇ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹੋ। ਉਹ ਜਿਹੜਾ ਪਲੈਟਫਾਰਮ ਹੈ ਉਹ ਹੈਲਪ ਕਿੱਦਾਂ ਕਰਦਾ ਜੀ, ਉਹ ਤੁਹਾਡੀ ਸਾਰੀ ਡਿਟੇਲਸ ਲੈਂਦਾ ਅਤੇ ਤੁਹਾਡੇ ਵਾਸਤੇ ਤੁਹਾਡੀ ਐਕਸਪੀਰੀਅੰਸ ਦੇ ਮੁਤਾਬਿਕ ਲਾਸਟ 1 ਸਾਲ ਦਾ, 6 ਮਹੀਨੇ ਦਾ, 4 ਸਾਲ ਦਾ ਜਾਂ 5 ਸਾਲ ਦਾ ਜਿੰਨਾ ਵੀ ਐਕਸਪੀਰੀਅੰਸ ਹੈ ਉਹਦੇ ਮੁਤਾਬਿਕ ਉਹ ਤੁਹਾਨੂੰ ਇੱਕ ਨਈ ਫੀਲਡ ਚੂਜ਼ ਕਰਕੇ ਦਿੰਦੇ ਨੇ ਅਤੇ ਤੁਹਾਨੂੰ ਜੋਬ ਆਫਰ ਦਿਵਾਉਂਦੇ ਨੇ। ਇਨ ਕੇਸ ਤੁਹਾਡੇ ਕੋਲੇ ਨਈ ਇੰਡਸਟਰੀ ਦਾ ਜਾਂ ਨਈ ਜੋਬ ਲੋਕੇਸ਼ਨਸ ਦਾ ਜਾਂ ਨਈ ਜੋਬ ਪ੍ਰੋਫਾਈਲ ਦਾ ਕੋਈ ਐਕਸਪੀਰੀਅੰਸ ਨਹੀਂ ਹੈ, ਉਹ ਇੰਡਸਟਰੀ ਦੀ ਕੋਈ ਨੌਲੇਜ ਨਹੀਂ, ਉਹ ਤੁਹਾਨੂੰ ਉਹਦੀ ਬੇਸਿਕ ਟ੍ਰੇਨਿੰਗ ਵੀ 1 ਤੋਂ 3 ਵੀਕ ਲਈ ਪ੍ਰੋਵਾਈਡ ਕਰਨਗੇ। 90% ਆਫ ਦਾ ਚਾਂਸ ਕਿ ਉਹਦੇ ਵਿੱਚ ਉਹ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹ ਪੇਡ ਹੁੰਦੀ ਹੈ ਬਾਈ ਵਰਕ ਐਂਡ ਇਨਕਮ ਔਰ ਜਾਂ ਫਿਰ ਗਵਰਨਮੈਂਟ ਦੀ ਹੋਰ ਬੋਡੀ ਨਾਲੋਂ। ਬਟ ਮੋਸਟ ਪ੍ਰੋਬੇਬਲੀ ਹਰ ਇੱਕ EMPLOYE ਲਈ ਜਿਹੜੇ ਉਸ ਦੌਰਾਨ ਜੋਬ ਛੱਡ ਕੇ ਗਏ ਨੇ ਉਹਨਾਂ ਲਈ ਬਹੁਤ ਅੱਛੀ ਇੱਕ ਆਪਸ਼ਨ ਹੈ। ਜੇ ਕੋਈ ਵੀ ਜੋਬਲੈਸ ਟੂਰਿਜ਼ਮ ਇੰਡਸਟਰੀ ਤੋਂ ਬਿਲੋਂਗ ਕਰਦਾ ਹੈ ਤਾਂ ਉਹ ਗੋ ਵਿਦ ਟੂਰਿਜ਼ਮ ਨਾਲ ਰਜਿਸਟਰ ਹੋਵੇ ਅਤੇ ਉਹਨੂੰ ਹੋਪਫੁਲੀ ਜੋਬ ਜਲਦੀ ਮਿਲ ਜਾਏਗੀ। ਅੱਜ ਅਸੀਂ ਇਹ ਜਿਹੜੀ ਗੱਲਬਾਤ ਤੁਹਾਡੇ ਨਾਲ ਕਰ ਰਹੇ ਹਾਂ ਉਹਦੇ ਵਿੱਚ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਕੋਵਿਡ-19 ਹੈ ਛੇਤੀ ਨਿਊਜ਼ੀਲੈਂਡ 'ਚ ਖਤਮ ਹੋਊਗਾ ਔਰ ਨਿਊਜ਼ੀਲੈਂਡ ਜਿਹੜੀ ਗਵਰਨਮੈਂਟ ਹੈ ਉਹਦੀ ਪੂਰੀ ਕੋਸ਼ਿਸ਼ ਹੋਊਗੀ ਕਿ ਇਸ ਇੰਡਸਟਰੀ ਨੂੰ ਰੀਬਿਲਡ ਕੀਤਾ ਜਾਵੇ ਔਰ ਰੀਬਿਲਡ ਕਰਕੇ ਇੱਥੋਂ ਜਿਹੜਾ ਇੰਟਰਨੈਸ਼ਨਲ ਟੂਰਿਸਟ ਆ ਉਹਨੂੰ ਅਟਰੈਕਟ ਕੀਤਾ ਜਾਵੇ। ਸੋ ਇੱਥੇ ਜਿਹੜੀਆਂ ਅਟਰੈਕਸ਼ਨ ਦੀਆਂ ਥਾਵਾਂ ਤਾਂ ਜਿਵੇਂ ਅਸੀਂ ਅਗਲੇ ਐਪੀਸੋਡ 'ਚ ਦੱਸਾਂਗੇ, ਅੱਜ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿਆਂ ਕਿ ਇੱਥੇ ਦੀ ਜਿਹੜੀਆਂ ਬਹੁਤ ਸਾਰੀਆਂ ਅਟਰੈਕਸ਼ਨ ਜਿਹੜੀਆਂ ਨਿਊਜ਼ੀਲੈਂਡ ਦੀਆਂ ਹਨ, ਜਿਸ ਤਰ੍ਹਾਂ ਆਕਲੈਂਡ ਹੀ ਹੈ ਜਿੱਥੇ ਕਿ ਇੰਟਰਨੈਸ਼ਨਲ ਫਲਾਈਟਸ ਆਉਂਦੀਆਂ ਹਨ ਅਤੇ ਬਹੁਤ ਸਾਰਾ ਟੂਰਿਸਟ ਜਿਹੜਾ ਉਹ ਆਕਲੈਂਡ 'ਚ ਆ ਕੇ ਹੀ ਇੱਥੇ ਉਤਰਦਾ ਹੈ ਔਰ ਉੱਥੇ ਹੀ ਬਹੁਤ ਸਾਰੀਆਂ ਬੀਚਿਸ ਆ, ਉੱਥੇ ਸਟਾਰ ਗੇਜ਼ਿੰਗ ਆ, ਉੱਥੇ ਤੁਹਾਡੀਆਂ ਵਾਟਰਫਾਲਸ ਹਨ, ਇਸ ਤਰ੍ਹਾਂ ਦੀਆਂ। ਬਾਕੀ ਖਾਸ ਕਰਕੇ ਜਿਹੜਾ ਕਿ ਆਕਲੈਂਡ ਆ ਉੱਥੇ ਤੁਹਾਨੂੰ ਖਾਣੇ ਦੇ ਸਵਾਦ ਵੀ ਅਲੱਗ-ਅਲੱਗ ਮਿਲਦੇ ਆ ਤੁਸੀਂ ਜਦੋਂ ਆਉਂਦੇ ਹੋ। ਅਤੇ ਇਸੇ ਤਰ੍ਹਾਂ ਉਸ ਤੋਂ ਬਾਅਦ ਜਿਹੜਾ ਰੋਟੋਰੂਆ ਇੱਥੋਂ ਦਾ ਕਾਫੀ ਪ੍ਰਸਿੱਧ ਜਿਹੜਾ ਇੰਪੋਰਟੈਂਟ ਜਿਹੜਾ ਸ਼ਹਿਰ ਹੈ ਜਿੱਥੇ ਤੁਸੀਂ ਸਮਝ ਲਓ ਸਲਫਰ ਦੇ ਜਿਹੜੇ ਚਸ਼ਮੇ ਆ ਗਰਮ ਪਾਣੀ ਦੇ ਉਹ ਉੱਥੇ ਮਿਲਦੇ ਨੇ ਔਰ ਉੱਥੇ ਤੁਸੀਂ ਆ ਕੇ ਜਿਹੜੇ ਆ ਉੱਥੇ ਕੁਦਰਤੀ ਤੌਰ 'ਤੇ ਜਿਹੜੀ ਹੁਣ ਤਾਂ ਖੈਰ ਜਿਹੜੀਆਂ ਸਪਾ ਦੀਆਂ ਵੱਖਰੀਆਂ ਕਿਸਮਾਂ 'ਚ ਚੱਲ ਪਈਆਂ ਨੇ, ਪਰ ਉੱਥੇ ਜਿਹੜਾ ਨੈਚੁਰਲ ਸਪਾ ਹੁੰਦਾ ਉੱਥੇ ਜਿਹੜੇ ਤਲਾਬ ਬਣਾਏ ਗਏ ਆ ਉਹਨਾਂ ਦੇ ਵਿੱਚ ਮਿੱਟੀ ਇਸ ਤਰ੍ਹਾਂ ਦੀ ਆ ਜਿਹੜੀ ਕਿ ਜਦੋਂ ਆਪਾਂ ਤੁਸੀਂ ਬੋਡੀ ਨੂੰ ਲਾ ਲੈਂਦੇ ਆ ਤੇ ਉਹ ਉਹਦਾ ਨੈਚੁਰਲੀ ਉਹਨੂੰ ਟ੍ਰੀਟ ਕਰਦੀ ਹੈ। ਬਹੁਤ ਜਿਹੜੀ ਹੈ ਯੂਨੀਕ ਜਿਹਾ ਇੱਕ ਹੈਗਾ ਰੋਟੋਰੂਆ ਦੇ ਵਿੱਚ, ਉਹਨੂੰ ਸਲਫਰ ਦੇ ਚਸ਼ਮੇ ਕਿਹਾ ਜਾਂਦਾ। ਉੱਥੇ ਥੋੜ੍ਹੇ ਉੱਥੇ ਲੋਕ ਆਉਂਦੇ ਆ ਔਰ ਆ ਕੇ ਉਹ ਆਪਣੇ ਸਪਾ ਦੇ ਤੌਰ 'ਤੇ ਉੱਥੇ ਉਹ ਬੈਠਦੇ ਆ ਤੇ ਉਹਨਾਂ ਨੂੰ ਉਹਨਾਂ ਨੂੰ ਕੋਈ ਲੱਗਦਾ ਕਿ ਉੱਥੇ ਬੜੀ ਰਿਲੀਫ ਮਿਲਦੀ ਹੈ। ਇਸੇ ਤਰ੍ਹਾਂ ਤੁਸੀਂ ਸਾਊਥ ਦੇ ਵਿੱਚ ਚਲੇ ਜਾਓ, ਸਾਊਥ ਦੇ ਵਿੱਚ ਕੁਈਨਸਟਾਊਨ ਆ, ਉਹ ਬਹੁਤ ਹੀ ਖੂਬਸੂਰਤ ਜਿਹੜਾ ਉਹ ਉੱਥੇ ਦਾ ਹੈਗਾ ਸ਼ਹਿਰ ਹੈ
ਉੱਥੇ ਲੇਕ ਹੈ। ਇਸੇ ਤਰ੍ਹਾਂ ਜਿਹੜੀ ਟਾਪੂ ਆ ਨਾਰਥ ਦੇ ਵਿੱਚ, ਟਾਪੂ ਜਿਹੜਾ ਟਾਪੂ ਦੀ ਜਿਹੜੀ ਉੱਥੇ ਦੀ ਲੇਕ ਹੈ ਉਹ ਸਿੰਗਾਪੁਰ ਤੋਂ ਵੀ ਵੱਡੀ ਹੈ ਜੀ। ਉਹਨੂੰ ਸੀ ਔਨ ਦਾ ਅਰਥ ਕਿਹਾ ਜਾਂਦਾ ਹੈ ਜੀ ਜੀ। ਸੋ ਇੰਨੀ ਵੱਡੀ ਉਹ ਲੇਕ ਹੈ। ਉੱਥੇ ਤੁਸੀਂ ਜਾਓ, ਤੁਸੀਂ ਉੱਥੋਂ ਦੇ ਜਿਹੜੇ ਨਜ਼ਾਰੇ ਆ, ਉੱਥੋਂ ਦੇ ਕੁਦਰਤੀ ਨਜ਼ਾਰੇ ਆ, ਕੁਇਨਸਟਾਊਨ ਦੇ ਨਜ਼ਾਰੇ ਆ। ਇਸੇ ਤਰ੍ਹਾਂ ਵਾਨਾਕਾ ਆ, ਵਾਨਾਕਾ ਜਿਹੜੀ ਆ ਉਹ ਵੀ ਬੜੀ ਨੈਚੁਰਲ ਜਗ੍ਹਾ ਜਿੱਥੇ ਕਿ ਤੁਸੀਂ ਜਾਂਦੇ ਆ, ਜਦੋਂ ਉੱਥੇ ਤੁਸੀਂ ਬੀਚ ਤੇ ਜਦੋਂ ਘੁੰਮਦੇ ਆ ਉੱਥੇ ਦਾ ਸ਼ਹਿਰ ਬਹੁਤ ਹੀ ਖੂਬਸੂਰਤ ਜਿਹੜੇ ਨਜ਼ਾਰੇ ਆ ਉਹ ਤੁਹਾਨੂੰ ਮਿਲਦੇ ਆ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਹੋਰ ਇੱਥੇ ਜਗ੍ਹਾ ਹਨ ਜਿਹੜੀਆਂ ਕਿ ਅਸੀਂ ਆਉਣ ਵਾਲੇ ਐਪੀਸੋਡ ਵਿੱਚ ਫਿਰ ਦੱਸਾਂਗੇ ਕਿ ਇੱਥੇ ਤੁਸੀਂ ਜਦੋਂ ਕੋਈ ਬਾਹਰੋਂ ਇੰਟਰਨੈਸ਼ਨਲ ਲੈਵਲ 'ਤੇ ਕੋਈ ਟੂਰਿਸਟ ਆਉਂਦਾ ਅਤੇ ਉਹਨੂੰ ਇਹਨਾਂ ਜਗ੍ਹਾ 'ਤੇ ਜਾਣਾ ਚਾਹੀਦਾ। ਮੈਂ ਖਾਸ ਕਰਕੇ ਦੱਸ ਦਿਆਂ ਕਿ ਮੈਂ ਜਿਹੜਾ ਜਾਣਕਾਰੀ ਲਈ ਆ ਉਹਦੇ ਵਿੱਚ ਜਿਹੜਾ ਮਈ ਮਹੀਨਾ ਹੈ ਉਹ ਜਿਹੜੇ ਟੂਰਿਸਟ ਬਾਹਰੋਂ ਆਉਂਦੇ ਆ ਉਹਨਾਂ ਵਾਸਤੇ ਸਸਤਾ ਵੀ ਹੈਗਾ ਜੀ। ਉਹਦੇ ਵਿੱਚ ਟਿਕਟਿੰਗ ਜਿਹੜੀ ਆ ਉਹ ਸਸਤੀ ਹੋ ਜਾਂਦੀ ਹੈ। ਬਾਕੀ ਇੱਥੋਂ ਦਾ ਥੋੜ੍ਹਾ ਜਿਹਾ ਰਹਿਣ ਸਹਿਣ ਵੀ ਸਸਤਾ ਹੋ ਜਾਂਦਾ। ਅਦਰਵਾਈਜ਼ ਤੁਸੀਂ ਜਿਹੜੇ ਮਰਜ਼ੀ ਮਹੀਨੇ ਚਾਹੋ ਇੱਥੇ ਕੋਈ ਨਾ ਕੋਈ ਤੁਹਾਨੂੰ ਵੇਖਣ ਨੂੰ ਚੀਜ਼ਾਂ ਮਿਲਦੀਆਂ ਨੇ। ਤੁਹਾਨੂੰ ਜਿਹੜਾ ਨਿਊਜ਼ੀਲੈਂਡ ਦਾ ਜਿਹੜਾ ਕੁਦਰਤੀ ਨਜ਼ਾਰੇ ਆ ਉਹ ਸਾਰੇ ਹਰਾ ਹਰਾ ਘਾਹ ਆ, ਤੁਹਾਨੂੰ ਵਾਟਰਫਾਲਸ ਮਿਲਣਗੀਆਂ, ਕੁਦਰਤੀ ਨਜ਼ਾਰੇ ਹੋਰ ਬਹੁਤ ਮਿਲਦੇ ਆ ਇੱਥੇ। ਸੋ ਮੈਂ ਸਾਰੇ ਜਿਹੜੇ ਮੇਰੇ ਸੁਣਨ ਵਾਲੇ ਵੀਰ ਨੇ ਖਾਸ ਕਰਕੇ ਇੰਡੀਅਨਸ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਨਿਊਜ਼ੀਲੈਂਡ ਹੈ ਇਹ ਬਹੁਤ ਹੀ ਖੂਬਸੂਰਤ ਦੇਸ਼ ਹੈ। ਇਸ ਦੇਸ਼ ਵਿੱਚ ਪ੍ਰਮਾਤਮਾ ਨੇ, ਗੋਡ ਨੇ ਇਹਨੂੰ ਆਪ ਕੁਦਰਤੀ ਤੌਰ 'ਤੇ ਸਵਾਰਿਆ ਹੈ। ਸੋ ਇਸ ਦੇਸ਼ ਵਿੱਚ ਆਉਣ ਨਾਲ ਤੁਹਾਨੂੰ ਅੱਗੋਂ ਜਿਹੜੀ ਕੋਵਿਡ ਤੋਂ ਬਾਅਦ ਜਦੋਂ ਆਪਾਂ ਰਿਲੀਫ ਮਹਿਸੂਸ ਕਰਾਂਗੇ ਤਾਂ ਜ਼ਰੂਰ ਇਸ ਦੇਸ਼ ਵਿੱਚ ਤੁਸੀਂ ਟੂਰਿਜ਼ਮ ਵਾਸਤੇ ਇੱਥੋਂ ਦੀਆਂ ਸੈਰ ਕਰਨ ਵਾਸਤੇ ਆਓ। ਮੈਂ ਚਿਰਾਗ ਜੀ ਜਿਹੜੀਆਂ ਇੱਥੇ ਦੀਆਂ ਅਟਰੈਕਸ਼ਨਸ ਹੈਗੀਆਂ ਮੈਂ ਤੁਹਾਨੂੰ ਥੋੜ੍ਹਾ ਤੁਸੀਂ ਕਿਉਂਕਿ ਮੈਂ ਬੋਲਿਆ ਜਰਾ ਤੁਸੀਂ ਦੱਸੋ ਇੱਥੋਂ ਦੀਆਂ ਕੋਈ ਹੋਰ ਜਿਹੜੀ ਕੋਈ ਤੁਹਾਡੇ ਦਿਮਾਗ ਦੇ ਵਿੱਚ ਹੈ ਕਿ ਇੱਥੇ ਬਹੁਤ ਹੀ ਵਧੀਆ ਇੱਥੇ ਅਟਰੈਕਸ਼ਨ ਹੈ ਜਦੋਂ ਤੁਸੀਂ ਅੱਗੋਂ ਜਦੋਂ ਕੋਵਿਡ-19 ਤੋਂ ਬਾਹਰ ਅਸੀਂ ਆ ਜਾਵਾਂਗੇ ਤੇ ਜਿਹੜੇ ਟੂਰਿਸਟ ਆ ਇੱਥੇ ਇੰਟਰਨੈਸ਼ਨਲ ਤੌਰ 'ਤੇ ਆਉਂਦੇ ਤੇ ਉਹਨਾਂ ਨੂੰ ਕਿਉਂ ਇੱਥੇ ਕਿਹੜੀ ਜਗ੍ਹਾ 'ਤੇ ਆਉਣਾ ਚਾਹੀਦਾ? ਜੀ ਵੈਸੇ ਤਾਂ ਜੀ ਮੈਂ ਖੁਦ ਵੀ ਇੰਨਾ ਨਹੀਂ ਘੁੰਮਿਆ, ਮੈਂ ਜ਼ਿਆਦਾ ਕੰਮ 'ਤੇ ਹੀ ਆਪਣੇ ਫੋਕਸ ਕੀਤਾ। ਬਟ ਜਿੰਨਾ ਮੈਂ ਆਪਣੇ ਫਰੈਂਡਸ ਤੋਂ ਸੁਣਿਆ ਹੈ ਜਾਂ ਮੇਰੇ ਕੋਲੀਗਸ ਤੋਂ ਜਾਂ ਮੇਰੇ ਵਰਕ ਕਲੀਗਸ ਉਹਨਾਂ ਤੋਂ ਮੈਂ ਸੁਣਿਆ ਇੱਥੇ ਬਹੁਤ ਸਾਰੀਆਂ ਇੱਦਾਂ ਦੀ ਲੋਕੇਸ਼ਨਸ ਹਨ ਜਿਹੜੀਆਂ ਤੁਹਾਨੂੰ ਵਰਲਡ 'ਚ ਕਿਤੇ ਹੋਰ ਨਹੀਂ ਮਿਲ ਸਕਦੀਆਂ। ਜਿੱਦਾਂ ਕਿ ਹੈਗੀ ਹੈ ਬਲੈਕ ਸੈਂਡ ਬੀਚ, ਵਾਈਟ ਸੈਂਡ ਬੀਚ ਹੈ, 90 ਮਾਈਲਸ ਬੀਚ ਹੈ, ਮਿਸ਼ਨ ਬੇ ਬੀਚ ਹੈ ਜੀ, ਕੋਰੋਮੰਡਲਸ ਕੇਵਸ, ਉਹ ਇਹ ਟਰੈਕਸ ਨੇ ਜੀ, ਨੈਸ਼ਨਲ ਪਾਰਕ ਹੈ। ਬਹੁਤ ਸਾਰੀਆਂ ਇੱਦਾਂ ਦੀ ਨੈਚੁਰਲ ਰਿਸੋਰਸਿਸ ਨਾਲ ਬਿਲਟ ਹੈ ਜਿਹਨੂੰ ਆਪਾਂ ਕਿਸੇ ਵੀ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਉਹ ਇੰਨੀ ਸੋਹਣੀ ਹੈ ਬਿਕੋਜ਼ ਉਹਨੂੰ ਬਣਾਇਆ ਨਹੀਂ, ਉਹ ਕੁਦਰਤੀ ਬਣੀਆਂ ਹੋਈਆਂ ਚੀਜ਼ਾਂ ਨੇ। ਤੇ ਇਸ ਨਿਊਜ਼ੀਲੈਂਡ ਮੁਲਕ ਦੀ ਸਭ ਤੋਂ ਵਧੀਆ ਗੱਲ ਹੈ ਇਹਨਾਂ ਨੇ ਉਹ ਸਾਰੇ ਨੈਚੁਰਲ ਰਿਸੋਰਸਿਸ ਪ੍ਰੀਜ਼ਰਵ ਕਰਕੇ ਰੱਖੇ ਨੇ। ਦੇ ਸੇਵਡ ਇਟ ਫॉर ਈਚ ਐਂਡ ਐਵਰੀ ਵਨ। ਤੇ ਹੁਣ ਅਸੀਂ ਆ ਕੇ ਉਹ ਚੀਜ਼ ਦਾ ਆਨੰਦ ਲੈ ਸਕਦੇ ਨੇ। ਜੇ ਤੁਸੀਂ 15 ਤੋਂ 20 ਦਿਨ ਇਸ ਕੰਟਰੀ 'ਚ ਲਾਓ ਤੁਹਾਨੂੰ ਇੱਕ ਅਲੱਗ ਹੀ ਕਿਆ ਕਹਿੰਦੇ ਵਾਈਬ ਮਿਲਦੀ ਹੈ ਜੀ, ਤੇ ਤੁਹਾਡਾ ਰਹਿਣ ਨੂੰ ਆਪਣੇ ਆਪ ਮਨ ਕਰਦਾ। ਬਿਲਕੁਲ ਇੱਥੇ ਦੇ ਨੈਸ਼ਨਲ ਪਾਰਕ ਜਿੰਨੇ ਵੀ ਆ ਉਹ ਦੇਖਣਯੋਗ ਆ। ਮੈਂ ਹੋਰ ਇੱਥੇ ਇੱਕ ਵਾਰ ਤਾਂ ਥੋੜਾ ਜਿਹਾ ਕਰ ਦਿਆਂ ਕਿ ਜਿਹੜਾ ਇੱਥੇ ਦਾ ਮੌਰੀ ਕਲਚਰ ਹੈ ਜੀ ਉਹ ਵੀ ਇੱਕ ਅਟਰੈਕਸ਼ਨ ਹੈ। ਬਿਲਕੁਲ ਜੀ। ਰੋਟੋਰੂਆ ਦੇ ਵਿੱਚ ਇੱਕ ਬਾਟਾਕਾਈ ਜਿਹੜਾ ਪਿੰਡ ਹੈ ਜਿਹਨੂੰ ਆਮ ਆਪਣੇ ਜਿਹੜਾ ਟੂਰਿਜ਼ਮ ਦੇ ਵਿੱਚ ਬਹੁਤ ਉਹਦਾ ਇੰਪੋਰਟੈਂਸ ਹੈ। ਔਰ ਉਹ ਜਿਹੜੇ ਉੱਥੇ ਇੱਕ ਮੌਰੀ ਕਲਚਰ ਨੂੰ ਜਿਹੜਾ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ। ਨੇਟਿਵ ਜਿਹੜੇ ਲੋਕ ਇੱਥੋਂ ਦੇ ਆ ਉਹਨਾਂ ਦਾ ਕਲਚਰ ਤੁਸੀਂ ਦੇਖ ਸਕਦੇ ਹੋ। ਸੋ ਨਿਸ਼ਾਨ ਜੀ ਤੁਸੀਂ ਇੱਥੇ ਸਾਡੇ ਕੋਲ ਆਏ, ਤੁਸੀਂ ਆ ਕੇ ਜਿਹੜਾ ਟੂਰਿਜ਼ਮ ਬਾਰੇ ਤੁਸੀਂ ਇੱਥੇ ਇਨਫੋਰਮੇਸ਼ਨ ਦਿੱਤੀ ਔਰ ਮੈਂ ਸਮਝਦਾ ਕਿ ਇਸ ਇਨਫੋਰਮੇਸ਼ਨ ਨਾਲ ਜਿਹੜੇ ਸਾਡੇ ਇੰਡੀਆ ਦੇ ਲੋਕ ਆ ਉਹ ਜੇ ਇੱਥੇ ਆਉਣਾ ਚਾਹਣਗੇ ਜਦੋਂ ਤਾਂ ਉਹਨਾਂ ਨੂੰ ਬੜੀ ਹੈਲਪ ਮਿਲੂਗੀ। ਅਸੀਂ ਅੱਗੋਂ ਅਗਲੇ ਐਪੀਸੋਡ ਦੇ ਵਿੱਚ ਇੱਥੋਂ ਦੀਆਂ ਜਿਹੜੀਆਂ ਹੋਰ ਨੈਚੁਰਲ ਜਿਹੜੀਆਂ ਥਾਵਾਂ ਦੇਖਣ ਵਾਲੀਆਂ, ਬਿਊਟੀ ਦੇਖਣ ਵਾਲੀ ਆ ਉਹਦੇ ਬਾਰੇ ਗੱਲ ਕਰਾਂਗੇ। ਆਕਲੈਂਡ ਆ, ਉਹਦੇ ਵਿੱਚ ਉਸ ਤੋਂ ਬਾਅਦ ਕੁਇਨਸਟਾਊਨ ਆ, ਕ੍ਰਾਈਸਟ ਚਰਚ ਆ, ਔਰ ਇਹਦੇ ਵਿੱਚ ਸਾਊਥ ਦੇ ਵਿੱਚ ਵਾਨਾਕਾ ਆ, ਔਰ ਹੋਰ ਇਸ ਤਰ੍ਹਾਂ ਦੇ ਡੁਨੀਟਨ ਤੱਕ ਜਿਹੜੀਆਂ ਬੜੀਆਂ ਵਧੀਆ ਜਗ੍ਹਾ ਦੇਖਣ ਵਾਲੀਆਂ ਨੇ ਉਹਨਾਂ ਬਾਰੇ ਗੱਲਬਾਤ ਕਰਦੇ ਰਹਾਂਗੇ। ਸੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਮੈਂ ਸਮਝਦਾ ਕਿ ਤੁਸੀਂ ਸਾਰੇ ਇਸ ਤੋਂ ਕੁਛ ਨਾ ਕੁਛ ਆਪਾਂ ਜਿਹੜੇ ਮੇਰੇ ਵੀਰ ਇੰਡੀਅਨਸ ਸੁਣਦੇ ਹੋਣਗੇ ਉਹ ਜ਼ਰੂਰ ਇਹ ਤੋਂ ਕੋਈ ਨਾ ਕੋਈ ਇਨਫੋਰਮੇਸ਼ਨ ਗੇਨ ਕਰਨਗੇ। ਅਤੇ ਜਦੋਂ ਵੀ ਅਸੀਂ ਸਹੀ
ਹਾਲਾਤ ਵਿੱਚ ਹੋ ਗਏ, ਕੋਵਿਡ ਤੋਂ ਨਿਕਲ ਗਏ, ਤੇ ਤੁਸੀਂ ਜ਼ਰੂਰ ਇੱਥੇ ਨਿਊਜ਼ੀਲੈਂਡ ਵਿੱਚ ਆਓਗੇ ਤੇ ਆ ਕੇ ਇਸ ਨਿਊਜ਼ੀਲੈਂਡ ਦੀਆਂ ਜਿਹੜੀਆਂ ਨੈਚੁਰਲ ਜਿਹੜੀ ਬਿਊਟੀ ਆ ਉਹਨੂੰ ਉਹਦਾ ਦੇਖਣ ਦਾ ਆਨੰਦ ਮੌਕਾ ਮਾਣੋ। ਮਿਲੂਗਾ। ਸੋ ਤੁਹਾਡਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਕੋਲ ਇਸ ਚੈਨਲ ਨਮਸਤੇ ਚੈਨਲ ਵਿੱਚ ਆਏ ਤੇ ਤੁਸੀਂ ਆ ਕੇ ਇੱਥੋਂ ਦੀ ਜਿਹੜੀ ਟੂਰਿਜ਼ਮ ਇੰਡਸਟਰੀ ਆ ਉਹਦੇ ਬਾਰੇ ਤੁਸੀਂ ਦੱਸਿਆ। ਸੋ ਸਾਡਾ ਇਹ ਚੈਨਲ ਨਮਸਤੇ ਚੈਨਲ ਸੋਸ਼ਲ ਕਲਚਰਲ ਟ੍ਰੈਡੀਸ਼ਨਸ ਇਕਨੋਮਿਕ ਤੌਰ ਤੇ ਜਿਹੜਾ ਅਸੀਂ ਇਸ ਕੰਟਰੀ ਦਾ ਤੇ ਇੰਡੀਆ ਦੀ ਬਾਰੇ ਦੱਸਦੇ ਰਹਿੰਦੇ ਆ। ਜੀ। ਸੋ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਇਸ ਦੇ ਨਾਲ ਜੁੜੋਗੇ। ਔਰ ਮੈਂ ਫੇਰ ਕਹਿ ਦਿਆਂ ਕਿ ਜਿੰਨੇ ਵੀ ਮੇਰੇ ਵੀਰ ਦੇਖਦੇ ਆ ਚੈਨਲ, ਉਹ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਜਾ ਕੇ ਸਾਨੂੰ ਦੱਸਣ ਕਿ ਅਸੀਂ ਇਸ ਚੈਨਲ ਨੂੰ ਹੋਰ ਕਿਸ ਤਰ੍ਹਾਂ ਇੰਪਰੂਵ ਕਰ ਸਕਦੇ ਹਾਂ। ਥੈਂਕ ਯੂ ਵੈਰੀ ਮਚ। ਥੈਂਕ ਯੂ।